ਅੱਜ ਆਓ ਅਸੀਂ ਬਾਈਬਲ ਦੀਆਂ 66 ਪੁਸਤਕਾਂ ਵਿੱਚੋਂ ਜੋ ਭਵਿੱਖਬਾਣੀ ਦੇ ਅਨੁਸਾਰ ਜਿਉਂਦੇ ਹਨ, ਇਸ ਉਪਦੇਸ਼ ਸਿਰਲੇਖ ਦੇ ਨਾਲ ਪਰਮੇਸ਼ਵਰ ਦੀਆਂ ਸਿੱਖਿਆਵਾਂ ਦਾ ਅਧਿਐਨ ਕਰੀਏ। ਇਸ ਉਪਦੇਸ਼ ਦੇ ਰਾਹੀਂ ਅਸੀਂ ਇਸ ਗੱਲ ਨੂੰ ਸਮਝਾਂਗੇ ਕਿ ਪਰਮੇਸ਼ਵਰ ਕੀ ਚਾਹੁੰਦੇ ਹਨ ਕਿ ਸਾਨੂੰ ਭਵਿੱਖਬਾਣੀਆਂ ਦੇ ਅਨੁਸਾਰ ਕਿਸ ਤਰ੍ਹਾਂ ਜਿਉਣਾ ਚਾਹੀਦਾ ਹੈ। ਪਰਮੇਸ਼ਵਰ ਨੇ ਕਿਹਾ, ਮੈਂ ਬੋਲਿਆ ਸੋ ਮੈਂ ਨਿਭਾਵਾਂਗਾ, ਮੈਂ ਠਾਣਿਆ ਸੋ ਮੈਂ ਪੂਰਾ ਕਰਾਂਗਾ। ਇਸ ਆਇਤ ਦੇ ਅਨੁਸਾਰ ਪਰਮੇਸ਼ਵਰ ਦੁਆਰਾ ਬੋਲੀ ਗਈ ਭਵਿੱਖਬਾਣੀ ਜਿਵੇਂ ਦਿੱਤੀ ਗਈ ਹੈ ਉਸੇ ਤਰ੍ਹਾਂ ਹੀ ਪੂਰੀ ਹੁੰਦੀ ਹੈ। ਇਸ ਲਈ ਸਾਨੂੰ ਸਵਰਗੀ ਸੰਤਾਨਾਂ ਨੂੰ ਭਵਿੱਖਬਾਣੀਆਂ ਦੇ ਅਨੁਸਾਰ ਜਿਉਣਾ ਚਾਹੀਦਾ ਹੈ। ਆਓ ਅਸੀਂ ਮਤੀ ਅਧਿਆਇ 26 ਆਇਤ 54 ਵਿੱਚ ਪਰਮੇਸ਼ਵਰ ਦੀ ਸਿੱਖਿਆ ਦੇਖੀਏ। ਫਿਰ ਉਹ ਲਿਖਤਾਂ ਭਈ ਅਜਿਹਾ ਹੋਣਾ ਜ਼ਰੂਰੀ ਹੈ ਕਿੱਕਰ ਪੂਰੀਆਂ ਹੁੰਦੀਆਂ। ਜਦ ਸਿਪਾਹੀ ਅਤੇ ਨੌਕਰ ਯੀਸ਼ੂ ਨੂੰ ਫੜ ਰਹੇ ਸੀ, ਤਦ ਪਤਰਸ ਨੇ ਇਹ ਕਹਿੰਦੇ ਹੋਏ ਆਪਣੀ ਤਲਵਾਰ ਕੱਢ ਕੇ ਯੀਸ਼ੂ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਤੁਹਾਨੂੰ ਲੋਕਾਂ ਨੂੰ ਮੇਰੇ ਪ੍ਰਭੂ ਦੇ ਨਾਲ ਇਸ ਤਰ੍ਹਾਂ ਕਰਨ ਨਹੀਂ ਦੇਵਾਂਗਾ। ਇਸ ਹਾਲਤ ਵਿੱਚ ਯੀਸ਼ੂ ਨੇ ਉਸ ਨੂੰ ਕਿਹਾ, ਪਰ ਲਿਖਤਾਂ ਦੀਆਂ ਉਹ ਗੱਲਾਂ ਕੀ ਇਸ ਤਰ੍ਹਾਂ ਹੀ ਹੋਣਾ ਜ਼ਰੂਰ ਹੈ, ਕਿਵੇਂ ਪੂਰੀਆਂ ਹੋਣਗੀਆਂ? ਯੀਸ਼ੂ ਨੇ ਪਤਰਸ ਨੂੰ ਸਿਖਾਇਆ ਕਿ ਸਾਰੀਆਂ ਗੱਲਾਂ ਠੀਕ ਉਸੇ ਤਰ੍ਹਾਂ ਹੁੰਦੀਆਂ ਹਨ ਜਿਵੇਂ ਉਹ ਬਾਈਬਲ ਵਿੱਚ ਲਿਖੀਆਂ ਗਈਆਂ ਹਨ, ਕਿਉਂਕਿ ਉਹਨਾਂ ਦੀ ਭਵਿੱਖਬਾਣੀ ਹੋਈ ਹੈ ਅਤੇ ਇਹ ਕਿ ਸਾਰੀਆਂ ਭਵਿੱਖਬਾਣੀਆਂ ਦਾ ਪੂਰਾ ਹੋਣਾ ਜ਼ਰੂਰੀ ਹੈ। ਯੀਸ਼ੂ ਨੇ ਪਤਰਸ ਨੂੰ ਕਿਹਾ, ਪਰਮੇਸ਼ਵਰ ਨੇ ਬਾਈਬਲ ਵਿੱਚ ਭਵਿੱਖਬਾਣੀਆਂ ਦਰਜ ਕੀਤੀਆਂ, ਜੇ ਜਿਸ ਗੱਲ ਦੀ ਭਵਿੱਖਬਾਣੀ ਹੋਈ ਉਹ ਪੂਰੀ ਨਾ ਹੋਵੇ ਤਦ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਇਹ ਪਰਮੇਸ਼ਵਰ ਦਾ ਵਚਨ ਹੈ? ਭਵਿੱਖਬਾਣੀਆਂ ਦਾ ਉਸੇ ਤਰ੍ਹਾਂ ਪੂਰਾ ਹੋਣਾ ਜ਼ਰੂਰੀ ਹੈ। ਇਹ ਨਹੀਂ ਕਿ ਮੈਂ ਇੰਨਾ ਸ਼ਕਤੀਹੀਣ ਹਾਂ ਕਿ ਉਹਨਾਂ ਨੂੰ ਮਿਟਾ ਨਹੀਂ ਸਕਦਾ, ਪਰ ਇਹ ਕਿ ਮੇਰੇ ਜੀਵਨ ਦੀ ਭਵਿੱਖਬਾਣੀ ਇਸ ਤਰ੍ਹਾਂ ਕੀਤੀ ਗਈ ਹੈ, ਇਸ ਲਈ ਮੇਰਾ ਫੜਿਆ ਜਾਣਾ ਜ਼ਰੂਰੀ ਹੈ। ਇਹ ਨਿਰਦੇਸ਼ ਦੇ ਉਹ ਵਚਨ ਹਨ ਜੋ ਯੀਸ਼ੂ ਨੇ ਉਸੇ ਪਲ ਪਤਰਸ ਨੂੰ ਦਿੱਤੇ ਸੀ। ਯੀਸ਼ੂ ਦਾ ਮਤਲਬ ਸੀ, ਪਤਰਸ, ਬਾਈਬਲ ਵਿੱਚ ਭਵਿੱਖਬਾਣੀ ਕੀਤੀ ਗਈ ਹੈ ਜਿਸ ਪ੍ਰਕਾਰ ਭੇਡ ਮਰਨ ਦੇ ਸਮੇਂ ਅਤੇ ਉੱਨ ਕਤਰਨ ਦੇ ਸਮੇਂ ਚੁੱਪਚਾਪ ਸ਼ਾਂਤ ਰਹਿੰਦੀ ਹੈ, ਉਸੇ ਤਰ੍ਹਾਂ ਉਸਨੇ ਵੀ ਆਪਣਾ ਮੂੰਹ ਨਾ ਖੋਲਿਆ ਜੇ ਮੈਂ ਉਹਨਾਂ ਨੂੰ ਸਜ਼ਾ ਦੇਵਾਂ ਅਤੇ ਉਹਨਾਂ ਨੂੰ ਮਾਰਾਂ, ਇਸ ਲਈ ਕਿ ਉਹ ਮੈਨੂੰ ਫੜ ਕੇ ਨਾ ਲੈ ਜਾਣ, ਤਦ ਇਹ ਭਵਿੱਖਬਾਣੀ ਕਿਵੇਂ ਪੂਰੀ ਹੋ ਸਕੇਗੀ? ਜੇ ਉਹ ਮੈਨੂੰ ਨਾ ਲੈ ਜਾਣ ਤਦ ਮਨੁੱਖ ਜਾਤੀ ਦੇ ਪਾਪਾਂ ਦਾ ਪ੍ਰਾਇਸ਼ਚਿਤ ਕੌਣ ਕਰੇਗਾ? ਇਸ ਤਰ੍ਹਾਂ ਯੀਸ਼ੂ ਨੇ ਸਾਨੂੰ ਸਿਖਾਇਆ ਕਿ ਬਾਈਬਲ ਵਿੱਚ ਭਵਿੱਖਬਾਣੀਆਂ ਹਨ ਅਤੇ ਬਾਈਬਲ ਦੀਆਂ ਸਾਰੀਆਂ ਭਵਿੱਖਬਾਣੀਆਂ ਦਾ ਪੂਰਾ ਹੋਣਾ ਜ਼ਰੂਰੀ ਹੈ। ਬਾਈਬਲ ਦੀਆਂ 66 ਪੁਸਤਕਾਂ ਵਿੱਚ ਕਿਸ ਦੇ ਵਚਨ ਲਿਖੇ ਗਏ ਹਨ? ਪਰਮੇਸ਼ਵਰ ਦੇ ਵਚਨ। ਮੈਂ ਬੋਲਿਆ ਸੋ ਮੈਂ ਨਿਭਾਵਾਂਗਾ, ਮੈਂ ਠਾਣਿਆ ਸੋ ਮੈਂ ਪੂਰਾ ਕਰਾਂਗਾ। ਹੁਣ ਤੋਂ ਆਓ ਅਸੀਂ ਬਾਈਬਲ ਵਿੱਚ ਕੁਝ ਦ੍ਰਿਸ਼ਾਂ ਨੂੰ ਦੇਖੀਏ ਅਤੇ ਧਿਆਨ ਨਾਲ ਇਸ ਗੱਲ ਤੇ ਵਿਚਾਰ ਕਰੀਏ ਕਿ ਬਾਈਬਲ ਭਵਿੱਖ ਦੇ ਵਿਸ਼ੇ ਵਿੱਚ ਕੀ ਕਹਿੰਦੀ ਹੈ, ਤਾਂ ਜੋ ਅਸੀਂ ਵਿਸ਼ਵਾਸ ਦਾ ਜੀਵਨ ਪਰਮੇਸ਼ਵਰ ਦੀ ਇੱਛਾ ਅਨੁਸਾਰ ਜੀ ਸਕੀਏ। ਆਓ ਅਸੀਂ ਯਹੋਨਾ ਅਧਿਆਇ 19 ਆਇਤ 32 ਦੇਖੀਏ। ਤਦ ਸਿਪਾਹੀਆਂ ਨੇ ਆਣ ਕੇ ਪਹਿਲੇ ਦੀਆਂ ਲੱਤਾਂ ਤੋੜੀਆਂ ਅਤੇ ਪਿੱਛੋਂ ਦੂਏ ਦੀਆਂ ਵੀ, ਜਿਹੜਾ ਉਹਦੇ ਨਾਲ ਸਲੀਬ ਉੱਤੇ ਚੜਾਇਆ ਹੋਇਆ ਸੀ। ਪਰ ਯੀਸ਼ੂ ਦੇ ਕੋਲ ਆਣ ਕੇ ਜਾਂ ਉਹਨਾਂ ਵੇਖਿਆ ਜੋ ਉਹ ਮਰ ਚੁੱਕਿਆ ਹੈ ਤਾਂ ਉਹਦੀਆਂ ਲੱਤਾਂ ਨਾ ਤੋੜੀਆਂ, ਪਰ ਸਿਪਾਹੀਆਂ ਵਿੱਚੋਂ ਇੱਕ ਨੇ ਬਰਛੀ ਨਾਲ ਉਹਦੀ ਵੱਖੀ ਵਿੰਨੀ ਅਤੇ ਉਵੇਂ ਹੀ ਲਹੂ ਅਤੇ ਪਾਣੀ ਨਿਕਲਿਆ। ਹੁਣ ਆਓ ਅਸੀਂ ਸੰਖੇਪ ਵਿੱਚ ਇਹ ਦੇਖੀਏ ਕਿ ਯੀਸ਼ੂ ਨੂੰ ਸਲੀਬ ਉੱਤੇ ਚੜਾਏ ਜਾਣ ਤੋਂ ਪਹਿਲੇ ਕਿਸ ਤਰ੍ਹਾਂ ਦੇ ਨਬੀ ਇਸ ਦ੍ਰਿਸ਼ ਦੀ ਭਵਿੱਖਬਾਣੀ ਕਰ ਚੁੱਕੇ ਸੀ। ਆਓ ਅਸੀਂ ਯਸ਼ਾਇਆ ਅਧਿਆਇ 53 ਆਇਤ 5 ਵੇਖੀਏ। ਅਧਿਆਇ 53 ਆਇਤ 5 ਵਿੱਚ ਲਿਖਿਆ ਹੈ, ਪਰ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ, ਸਾਡੀ ਸ਼ਾਂਤੀ ਲਈ ਉਸ ਉਤੇ ਤਾੜਨਾ ਹੋਈ ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਿਰੋਏ ਕੀਤੇ ਗਏ। ਯੀਸ਼ੂ ਦੇ ਦੁੱਖ ਚੁੱਕਣ ਤੋਂ 700 ਸਾਲ ਪਹਿਲੇ ਕੀਤੀ ਗਈ ਭਵਿੱਖਬਾਣੀ ਕਿਵੇਂ ਪੂਰੀ ਹੋਈ?
ਇਹ ਭਵਿੱਖਬਾਣੀ ਠੀਕ ਉਸੇ ਤਰ੍ਹਾਂ ਪੂਰੀ ਹੋਈ ਜਿਸ ਤਰ੍ਹਾਂ ਕੀਤੀ ਗਈ ਸੀ। 적용이 되고 있습니다. ਯੋਹੰਨਾ ਅਧਿਆਇ 19 ਵਚਨ 32 ਵਿੱਚ ਲਿਖਿਆ ਹੈ ਕਿ ਸਿਪਾਹੀਆਂ ਨੇ ਆ ਕੇ ਯੀਸ਼ੂ ਦੇ ਦੋਨੋਂ ਪਾਸੇ ਦੇ ਡਾਕੂਆਂ ਦੀਆਂ ਲੱਤਾਂ ਤੋੜੀਆਂ 다리를 꺾고 ਅਤੇ ਜਦ ਯੀਸ਼ੂ ਦੇ ਕੋਲ ਆ ਕੇ ਦੇਖਿਆ ਤਦ ਉਹ ਮਰ ਚੁੱਕੇ ਸੀ। ਤਦ ਉਹਨਾਂ ਨੇ ਉਹਨਾਂ ਦੀ ਵੱਖੀ ਵਿੰਨੀ। ਉਹਨਾਂ ਨੂੰ ਯੀਸ਼ੂ ਦੀ ਵੱਖੀ ਵਿੰਨਣ ਦੀ ਜ਼ਰੂਰਤ ਨਹੀਂ ਸੀ, ਹੈ ਨਾ? ਕਿ ਤੁਸੀਂ ਸਹਿਮਤ ਨਹੀਂ ਹੋ? ਰੋਮੀ ਸਿਪਾਹੀਆਂ ਨੂੰ ਕਿਸੇ ਨੇ ਵੀ ਯੀਸ਼ੂ ਦੀ ਵੱਖੀ ਵਿੰਨਣ ਨੂੰ ਨਹੀਂ ਕਿਹਾ ਸੀ, ਪਰ ਇਹਨਾਂ ਗੱਲਾਂ ਦੇ ਹੋਣ ਤੋਂ 700 ਸਾਲ ਪਹਿਲੇ ਹੀ ਇਹਨਾਂ ਦੀ ਭਵਿੱਖਬਾਣੀ ਕੀਤੀ ਗਈ ਸੀ। 예언 가운데 그리스도께서 이 ਪਰਮੇਸ਼ਵਰ ਨੇ ਬਾਈਬਲ ਵਿੱਚ ਪਹਿਲੇ ਤੋਂ ਹੀ ਭਵਿੱਖਬਾਣੀ ਕੀਤੀ ਸੀ 짐을 담당하시고 ਕਿ ਮਸੀਹ ਮਨੁੱਖ ਜਾਤੀ ਦੇ ਪਾਪਾਂ ਨੂੰ ਸਲੀਬ ਤੇ ਚੁੱਕ ਲੈ ਜਾਣਗੇ। 예언을 그대로 해 두셨다는 것입니다. ਇਹ ਨਹੀਂ ਕਿ ਯੀਸ਼ੂ ਅਤੇ ਸਿਪਾਹੀ ਭਵਿੱਖਬਾਣੀ ਪੜ੍ਹ ਕੇ ਇਸ ਤਰ੍ਹਾਂ ਕਰਨ ਦੇ ਲਈ ਸਹਿਮਤ ਹੋਏ ਸੀ। ਯੀਸ਼ੂ ਦੇ ਸਲੀਬ ਉੱਤੇ ਮਰਨ ਦੇ ਬਾਅਦ ਯੀਸ਼ੂ ਅਤੇ ਸਿਪਾਹੀਆਂ ਦੇ ਲਈ ਇਸ ਗੱਲ ਉੱਤੇ ਸਹਿਮਤ ਹੋਣਾ ਕਿਵੇਂ ਸੰਭਵ ਹੋ ਸਕੇਗਾ? ਕਿਉਂਕਿ ਪਰਮੇਸ਼ਵਰ ਨੇ ਇਹਨਾਂ ਘਟਨਾਵਾਂ ਦੇ ਹੋਣ ਤੋਂ 700 ਸਾਲ ਪਹਿਲੇ ਨਬੀ ਦੇ ਰਾਹੀਂ ਭਵਿੱਖਬਾਣੀ ਕਰ ਚੁੱਕੇ ਸੀ। ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, 그리고 ਉਹ ਮਾਰ ਖਾਣਗੇ, 맞게 될 것이다. ਉਹ ਤੁਛ ਜਾਣੇ ਜਾਣਗੇ, ਲੋਕ ਉਹਨਾਂ ਦਾ ਮੁੱਲ ਨਹੀਂ ਜਾਣਨਗੇ। ਯੀਸ਼ੂ ਦਾ ਜੀਵਨ ਉਸੇ ਤਰ੍ਹਾਂ ਚੱਲਿਆ ਜਿਸ ਤਰ੍ਹਾਂ ਭਵਿੱਖਬਾਣੀ ਕੀਤੀ ਗਈ ਸੀ। 삶이 ਯੀਸ਼ੂ ਨੇ ਇਸ ਤਰ੍ਹਾਂ ਦੇ ਦੁੱਖ ਭਰੇ ਜੀਵਨ ਦੀ ਮੰਗ ਨਹੀਂ ਕੀਤੀ ਸੀ। 그것을 주문하신 바도 아닙니다. ਇਜ਼ਰਾਈਲ ਵਿੱਚ ਅਸਲ ਧਰਮ ਯੀਸ਼ੂ ਨਾਲ ਉਸੇ ਤਰ੍ਹਾਂ ਪੇਸ਼ ਆਇਆ 700년 전에 ਜਿਸ ਤਰ੍ਹਾਂ 700 ਸਾਲ ਪਹਿਲਾਂ ਭਵਿੱਖਬਾਣੀ ਕੀਤੀ ਗਈ ਸੀ। 그대로 갖추고 예수님을 그리 대했던 것입니다. ਆਓ ਅਸੀਂ ਇੱਕ ਹੋਰ ਵਾਰ ਯਸ਼ਾਇਆ ਅਧਿਆਇ 53 ਆਇਤ 5 ਦੇਖੀਏ। ਪਰ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ, ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ 그리고 그가 ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਿਰੋਏ ਕੀਤੇ ਗਏ। 입어 돋아왔고였습니다. ਭਵਿੱਖਬਾਣੀ ਕੀਤੀ ਗਈ ਸੀ ਕਿ ਉਹ ਮਾਰ ਖਾਵੇਗਾ। ਯੀਸ਼ੂ ਨੂੰ ਸਜ਼ਾ ਦੇਣ ਦੇ ਹੋਰ ਵੀ ਤਰੀਕੇ ਹੋ ਸਕਦੇ ਸੀ, ਹੈ ਨਾ? ਪਰ ਨਬੀ ਯਸ਼ਾਇਆ ਨੇ ਪਰਮੇਸ਼ਵਰ ਤੋਂ ਦਰਸ਼ਨ ਪਾ ਕੇ 700 ਸਾਲ ਬਾਅਦ ਹੋਣ ਵਾਲੀ ਗੱਲ ਦੇਖੀ। 그 상황까지 다 보게 된 것입니다. ਯਸ਼ਾਇਆ ਅਧਿਆਇ 46 ਦੇ ਅਨੁਸਾਰ 장의 말씀을 보면 ਪਰਮੇਸ਼ਵਰ ਆਦ ਤੋਂ ਕੀ ਦੇਖਦੇ ਹਨ? 구했습니까? ਉਹ ਅੰਤ ਨੂੰ ਵੀ ਦੇਖਦੇ ਹਨ। 그러니 ਇਸ ਲਈ ਪਰਮੇਸ਼ਵਰ ਨੇ ਨਬੀ ਤੋਂ ਉਹ ਗੱਲ ਲਿਖਵਾਈ ਜੋ ਭਵਿੱਖ ਵਿੱਚ ਹੋਵੇਗੀ। 기록하게 하신 것이죠. ਯਸ਼ਾਇਆ 53 ਅਧਿਆਇ 5 ਵਿੱਚ ਸਿਰਫ ਇਸ ਗੱਲ ਦੀ ਭਵਿੱਖਬਾਣੀ ਨਹੀਂ ਕੀਤੀ ਗਈ ਸੀ ਕਿ ਯੀਸ਼ੂ ਨੂੰ ਨੇਜੇ ਨਾਲ ਵਿੰਨਿਆ ਜਾਵੇਗਾ, ਪਰ ਇਹ ਵੀ ਕਿ ਉਹ ਮਾਰ ਖਾਣਗੇ। ਇਹ ਹਾਲਾਤ ਇਸ ਲਈ ਬਣੇ ਸੀ ਤਾਂ ਜੋ ਅਸੀਂ ਚੰਗੇ ਹੋ ਸਕੀਏ। ਆਓ ਅਸੀਂ ਮਤੀ ਅਧਿਆਇ 27 ਵਿੱਚ ਇਸ ਦੀ ਪੂਰਨਤਾ ਦੇਖੀਏ। ਅਧਿਆਇ 27 ਆਇਤ 25 ਵਿੱਚ ਲਿਖਿਆ ਹੈ, ਅਤੇ ਸਾਰੇ ਲੋਕਾਂ ਨੇ ਉੱਤਰ ਦਿੱਤਾ, ਉਹਦਾ ਲਹੂ ਸਾਡੇ ਉੱਤੇ ਅਰ ਸਾਡੀ ਔਲਾਦ ਉੱਤੇ ਹੋਵੇ। 돌릴지어다 하거늘 ਤਦ ਉਸਨੇ ਬਰੱਬਾ ਨੂੰ ਉਹਨਾਂ ਦੀ ਖਾਤਰ ਛੱਡ ਦਿੱਤਾ, ਪਰ ਯੀਸ਼ੂ ਨਾਲ ਕੀ ਕੀਤਾ? ਯੀਸ਼ੂ ਨੂੰ ਕੋੜੇ ਮਾਰ ਕੇ ਸਲੀਬ ਉੱਤੇ ਚੜਾਉਣ ਲਈ ਹਵਾਲੇ ਕੀਤਾ। ਇਹ ਦੇਖ ਕੇ ਕਿ ਮਸੀਹ ਸਾਡੇ ਪਾਪਾਂ ਦੇ ਕਾਰਨ ਕਿਵੇਂ ਸਲੀਬ ਉੱਤੇ ਦੁੱਖ ਚੁੱਕਣਗੇ, ਇਸ ਗੱਲ ਦੇ ਘਟਨ ਤੋਂ 700 ਸਾਲ ਪਹਿਲੇ ਨਬੀ ਯਸ਼ਾਇਆ ਨੇ ਲਿਖਿਆ, ਉਸ ਦੇ ਮਾਰ ਖਾਣ ਤੋਂ ਅਸੀਂ ਚੰਗੇ ਹੋ ਜਾਈਏ। ਇਸ ਤੱਥ ਦੇ ਵਿਸ਼ੇ ਵਿੱਚ ਕਿ ਯੀਸ਼ੂ ਸਾਡੇ ਦੁੱਖਾਂ ਨੂੰ ਚੁੱਕਣਗੇ, ਪਰਮੇਸ਼ਵਰ ਨੇ ਯੀਸ਼ੂ ਦੇ ਧਰਤੀ ਉੱਤੇ ਆਉਣ ਤੋਂ 700 ਸਾਲ ਪਹਿਲੇ ਇਸ ਨੂੰ ਨਬੀ ਦੁਆਰਾ 마다 ਸਪਸ਼ਟ ਤੌਰ ਤੇ ਦੱਸਿਆ ਕਿ ਉਹ ਕਿਸ ਤਰ੍ਹਾਂ ਦਾ ਜੀਵਨ ਜਿਉਣਗੇ। 다 해놓으셨던 것입니다. ਪਰਮੇਸ਼ਵਰ ਨੇ ਸਿਰਫ ਇਸ ਗੱਲ ਦੀ ਭਵਿੱਖਬਾਣੀ ਨਹੀਂ ਕੀਤੀ ਕਿ 아니라 ਯੀਸ਼ੂ ਕਿਸ ਪ੍ਰਕਾਰ ਦਾ ਜੀਵਨ ਜਿਉਣਗੇ, ਪਰ ਯੀਸ਼ੂ ਦੀ ਮੌਤ ਦਾ ਵੀ ਵੇਰਵਾ ਦਿੱਤਾ। 언급을 해놓으셨습니다. ਆਓ ਅਸੀਂ ਮਤੀ ਅਧਿਆਇ 27 ਆਇਤ 57 ਦੇ ਨਾਲ ਜਾਰੀ ਰੱਖੀਏ। ਅਧਿਆਇ 27 ਆਇਤ 57। ਜਦ ਸੰਝ ਹੋਈ ਤਾਂ ਯੂਸੁਫ ਨਾਮੇ ਅਰੀਮਥੀਆ ਦਾ ਇੱਕ ਧਨੀ ਮਨੁੱਖ ਆਇਆ, ਜਿਹੜਾ ਆਪ ਵੀ ਯੀਸ਼ੂ ਦਾ ਚੇਲਾ ਸੀ। 빌라도에게 ਉਹਨੇ ਪਿਲਾਤੁਸ ਕੋਲ ਜਾ ਕੇ ਯੀਸ਼ੂ ਦੀ ਲੋਥ ਮੰਗੀ। ਤਦ ਪਿਲਾਤੁਸ ਨੇ ਲੋਥ ਦੇਣ ਦਾ ਹੁਕਮ ਕੀਤਾ ਅਤੇ ਯੂਸੁਫ ਨੇ ਲੋਥ ਨੂੰ ਲੈ ਕੇ ਸਾਫ਼ ਮਹੀਨ ਕੱਪੜੇ ਵਿੱਚ ਵਲੇਟਿਆ ਔਰ ਆਪਣੀ ਨਵੀਂ ਕਬਰ ਦੇ ਅੰਦਰ ਰੱਖਿਆ, ਜਿਹੜੀ ਉਸਨੇ ਪੱਥਰ ਵਿੱਚ ਖੁਦਵਾਈ ਸੀ, ਅਤੇ ਭਾਰਾ ਪੱਥਰ ਕਬਰ ਦੇ ਮੂੰਹੋਂ ਉੱਤੋਂ ਰੇੜ ਕੇ ਚਲਿਆ ਗਿਆ। ਅਤੇ ਮਰੀਅਮ ਮਗਦਲੀਨੀ ਔਰ ਦੂਜੀ ਮਰੀਅਮ ਉੱਥੇ ਕਬਰ ਦੇ ਸਾਹਮਣੇ ਬੈਠੀਆਂ ਸਨ। ਇਹਨਾਂ ਵਚਨਾਂ ਦੇ ਅਨੁਸਾਰ 이 내용을 ਯੀਸ਼ੂ ਦੀ ਲੋਥ ਨੂੰ ਉਹਨਾਂ ਨੇ ਕਿੱਥੇ ਰੱਖਿਆ? 시체를 어디에 장례시냈습니까? ਯੀਸ਼ੂ ਦੀ ਲੋਥ ਨੂੰ ਯੂਸਫ ਨਾਮ ਦੇ ਅਰੀਮਥੀਆ ਦੇ ਧਨੀ ਮਨੁੱਖ ਦੀ ਕਬਰ ਵਿੱਚ ਰੱਖਿਆ ਗਿਆ। 부자인 ਉਹਨਾਂ ਦੀ ਲੋਥ ਨੂੰ ਯੂਸਫ ਨਾਮ ਦੀ ਅਰੀਮਥੀਆ ਦੇ ਧਨੀ ਮਨੁੱਖ ਦੀ ਕਬਰ ਵਿੱਚ ਰੱਖਿਆ ਗਿਆ। 데 있습니까? ਇਸ ਦੀ ਭਵਿੱਖਬਾਣੀ ਕਿੱਥੇ ਕੀਤੀ ਜਾ ਚੁੱਕੀ ਸੀ? 이루어
ਮਸੀਹ ਦੇ ਨਾਲ ਹੋਈਆਂ ਸਾਰੀਆਂ ਘਟਨਾਵਾਂ ਨੂੰ ਸਧਾਰਨ ਗੱਲ ਮੰਨਣਾ ਆਸਾਨ ਹੈ, 쉽습니다만 ਪਰ ਬਾਈਬਲ ਵਿੱਚ ਇਹਨਾਂ ਸਭ ਗੱਲਾਂ ਦੀ ਭਵਿੱਖਬਾਣੀ ਹੋ ਚੁੱਕੀ ਸੀ। ਆਓ ਅਸੀਂ ਯਸ਼ਾਇਆ ਅਧਿਆਇ 53 ਖੋਲ ਕੇ ਦੇਖੀਏ ਕਿ ਇਹ ਭਵਿੱਖਬਾਣੀ 넘겨보도록 합시다. ਕਿਵੇਂ ਕੀਤੀ ਗਈ ਸੀ। ਆਓ ਅਸੀਂ ਆਇਤ 8 ਦੇਖੀਏ। ਜ਼ੁਲਮ ਅਤੇ ਨਿਆਂ ਦੇ ਕਾਰਨ ਉਹ ਫੜਿਆ ਗਿਆ। 하고 끌려가 ਉਸ ਦੀ ਪੀੜ੍ਹੀ ਵਿੱਚੋਂ ਕਿਸ ਸੋਚਿਆ ਕਿ ਮੇਰੀ ਪ੍ਰਜਾ ਦੇ ਅਪਰਾਧ ਦੇ ਕਾਰਨ ਜਿਹਨੂੰ ਮਾਰ ਪੈਣੀ ਸੀ ਉਹ ਜਿਉਂਦਿਆਂ ਦੀ ਧਰਤੀ ਤੋਂ ਕੱਟਿਆ ਗਿਆ। 물을 인함이라 하였으리요. ਉਸ ਦੀ ਕਬਰ ਦੁਸ਼ਟਾਂ ਦੇ ਵਿੱਚ ਅਤੇ ਉਸ ਦੀ ਮੌਤ ਦੇ ਵੇਲੇ ਕਿਸ ਨਾਲ ਠਹਿਰਾਈ ਗਈ? 그 무덤이 ਧਨੀ ਨਾਲ ਠਹਿਰਾਈ ਗਈ। ਭਾਵੇਂ ਉਸ ਜ਼ੁਲਮ ਨਹੀਂ ਕੀਤਾ, ਨਾ ਉਸ ਦੇ ਮੂੰਹ ਵਿੱਚ ਛਲ ਸੀ। 함께 되었도다 하고 했습니다. ਯੂਸਫ ਨਾਮ ਦੇ ਅਰੀਮਥਿਆ ਦੇ ਧਨੀ ਮਨੁੱਖ ਨੇ 자기 ਆਪਣੀ ਮੌਤ ਦੇ ਬਾਅਦ ਵਰਤੋਂ ਕਰਨ ਦੇ ਲਈ ਇੱਕ ਕਬਰ ਦੀ ਤਿਆਰੀ ਕੀਤੀ ਸੀ, 묘실로 서기 위해서 준비해 놨던 그 묘실에 ਪਰ ਉਸਨੇ ਉੱਥੇ ਯੀਸ਼ੂ ਦੀ ਲੋਥ ਰੱਖੀ। 버려지게 된 것입니다. ਇਹ ਸਾਰੀਆਂ ਘਟਨਾਵਾਂ ਜੋ ਯੀਸ਼ੂ ਦੇ ਨਾਲ ਹੋਈਆਂ ਕਿਸੇ ਵੀ ਸਮੇਂ ਘਟਿਤ ਹੋਣ ਵਾਲੀ ਆਮ ਗੱਲ 평범한 ਲੱਗ ਸਕਦੀ ਹੈ, 일어날 수 있는 일처럼 보이는 일 ਪਰ ਸਭ ਕੁਝ ਠੀਕ ਉਸੇ ਤਰ੍ਹਾਂ ਹੋਇਆ ਜਿਵੇਂ ਪਰਮੇਸ਼ਵਰ ਨੇ ਬਾਈਬਲ ਅਤੇ ਨਬੀਆਂ ਦੇ ਰਾਹੀਂ ਭਵਿੱਖਬਾਣੀ ਕੀਤੀ ਸੀ। ਸਾਰੇ ਲੋਕੋ ਇਹਨਾਂ ਦ੍ਰਿਸ਼ਾਂ ਨੂੰ ਇੱਕ ਇੱਕ ਕਰਕੇ ਦੇਖਣ ਤੇ ਤੁਸੀਂ ਇਹਨਾਂ ਭਵਿੱਖਬਾਣੀਆਂ ਦੇ ਵਿਸ਼ੇ ਵਿੱਚ ਕੀ ਸੋਚਦੇ ਹੋ? ਕਿ ਅਸੀਂ ਭਵਿੱਖਬਾਣੀਆਂ ਨੂੰ ਆਪਣੇ ਖੁਦ ਦੀ ਮਰਜ਼ੀ ਨਾਲ ਬਦਲ ਸਕਦੇ ਹਾਂ? 바로 뭡니까? ਨਹੀਂ, ਅਸੀਂ ਆਪਣੀ ਮਰਜ਼ੀ ਨਾਲ ਭਵਿੱਖਬਾਣੀਆਂ ਨੂੰ ਕਦੀ ਵੀ ਬਦਲ ਨਹੀਂ ਸਕਦੇ। ਭਵਿੱਖਬਾਣੀਆਂ ਪੱਕਾ ਹੀ ਪੂਰੀਆਂ ਹੋਣਗੀਆਂ। ਇਹ ਇਸ ਲਈ ਹੈ ਕਿਉਂਕਿ ਇਹ ਪਰਮੇਸ਼ਵਰ ਦੇ ਵਚਨ ਹਨ। ਪਰਮੇਸ਼ਵਰ ਨੇ ਕਿਹਾ, ਮੈਂ ਬੋਲਿਆ ਸੋ ਮੈਂ ਨਿਭਾਵਾਂਗਾ, ਮੈਂ ਠਾਣਿਆ ਸੋ ਮੈਂ ਪੂਰਾ ਕਰਾਂਗਾ। 하신 그 말씀과 같이 ਪਰਮੇਸ਼ਵਰ ਦੀ ਕਹੀ ਗੱਲ ਭਵਿੱਖਬਾਣੀ ਹੈ ਅਤੇ ਜਿਸ ਦੀ ਯੋਜਨਾ ਪਰਮੇਸ਼ਵਰ ਨੇ ਬਣਾਈ ਹੈ 하나님께서 ਉਹ ਵੀ ਭਵਿੱਖਬਾਣੀ ਹੈ। 모든 일들이 또한 예언입니다. ਇਸ ਲਈ ਪਰਮੇਸ਼ਵਰ ਦੀਆਂ ਸਵਰਗੀ ਸੰਤਾਨਾਂ ਦੇ ਰੂਪ ਵਿੱਚ 그런 ਸਾਨੂੰ ਕੀ ਕਰਨਾ ਚਾਹੀਦਾ ਹੈ? 예언대로 어찌해야 되겠습니까? ਸਾਨੂੰ ਉਹਨਾਂ ਭਵਿੱਖਬਾਣੀਆਂ ਦੇ ਅਨੁਸਾਰ ਜਿਉਣਾ ਚਾਹੀਦਾ 의 어떤 삶을 살아가는 것이 ਜਿਸ ਨਾਲ ਖੁਸ਼ਖਬਰੀ ਦੇ ਅਨੁਕੂਲ ਨਤੀਜੇ ਸਾਹਮਣੇ ਆਉਣਗੇ। 우리 복음의 결과를 가져올 수 있다라고 이렇게 볼 수 있습니다. ਇੱਕ ਇਸ ਤਰ੍ਹਾਂ ਦੀ ਭਵਿੱਖਬਾਣੀ ਵੀ ਹੈ ਜਿਸ ਉੱਤੇ ਸਾਨੂੰ ਪੁਰਾਣੇ ਨੇਮ ਦੇ ਇਤਿਹਾਸ ਵਿੱਚ ਧਿਆਨ ਦੇਣਾ ਚਾਹੀਦਾ ਹੈ। ਆਓ ਅਸੀਂ ਉਤਪਤ 41 ਉੱਤੇ ਇੱਕ ਨਜ਼ਰ ਪਾਈਏ। 합시다. ਉਤਪਤ ਅਧਿਆਇ 41 ਵਿੱਚ ਲਿਖਿਆ ਹੈ, 의 말씀 보시면 ਤਾਂ ਇਉਂ ਹੋਇਆ ਕਿ ਪੂਰੇ 2 ਵਰ੍ਹਿਆਂ ਦੇ ਅੰਤ ਵਿੱਚ ਫਿਰੌਨ ਨੇ ਸੁਪਨਾ ਦਿੱਤਾ 수가에 섰는데 보니 ਤਾਂ ਵੇਖੋ ਉਹ ਦਰਿਆ ਕੋਲ ਖਲੋਤਾ ਸੀ। 밤소가 ਅਰ ਵੇਖੋ ਦਰਿਆ ਵਿੱਚ 7 ਗਾਈਆਂ ਜਿਹੜੀਆਂ ਸੋਹਣੀਆਂ ਅਤੇ ਸਰੀਰ ਦੀਆਂ ਮੋਟੀਆਂ ਸਨ ਨਿਕਲੀਆਂ। ਤਾਂ ਵੇਖੋ ਉਹਨਾਂ ਦੇ ਮਗਰੋਂ 7 ਗਾਈਆਂ ਹੋਰ ਜਿਹੜੀਆਂ ਕੁਸੋਹਣੀਆਂ ਅਤੇ ਸਰੀਰ ਵਿੱਚ ਲਿਸੀਆਂ ਸਨ ਦਰਿਆ ਵਿੱਚੋਂ ਨਿਕਲੀਆਂ ਅਰ ਦਰਿਆ ਦੇ ਪੱਤਣ ਉੱਤੇ ਉਹਨਾਂ ਗਾਈਆਂ ਕੋਲ ਖਲੋ ਗਈਆਂ। 그 아름답고 ਤਾਂ ਕੁਸੋਹਣੀਆਂ ਅਰ ਲਿਸੀਆਂ ਗਾਈਆਂ ਨੇ 먹은 ਉਹਨਾਂ 7 ਸੋਹਣੀਆਂ ਅਰ ਮੋਟੀਆਂ ਗਾਈਆਂ ਨੂੰ ਨਿਗਲ ਲਿਆ। ਤਾਂ ਫਿਰੌਨ ਜਾਗ ਉੱਠਿਆ, ਉਹ ਫੇਰ ਸੋ ਗਿਆ ਅਰ ਦੂਜੀ ਵਾਰ ਸੁਪਨਾ ਡਿੱਠਾ ਅਰ ਵੇਖੋ ਮੋਟੇ ਅਰ ਚੰਗੇ 7 ਸਿੱਟੇ ਇੱਕ ਨਾੜ ਵਿੱਚੋਂ ਨਿਕਲੇ ਅਤੇ ਵੇਖੋ ਉਸ ਦੇ ਮਗਰੋਂ 7 ਸਿੱਟੇ ਪਤਲੇ ਅਰ ਪੂਰੇ ਦੀ ਹਵਾ ਦੇ ਝੁਲਸੇ ਹੋਏ ਫੁੱਟ ਪਏ ਅਤੇ ਉਹ ਪਤਲੇ ਸਿੱਟੇ ਉਹਨਾਂ 7 ਮੋਟੀਆਂ ਅਰ ਭਰੀਆਂ ਹੋਈਆਂ ਨੂੰ ਨਿਗਲ ਗਏ। ਤਾਂ ਫਿਰੌਨ ਜਾਗ ਉੱਠਿਆ ਅਤੇ ਵੇਖੋ ਇਹ ਸੁਪਨਾ ਸੀ। ਤਾਂ ਇਉਂ ਹੋਇਆ ਕਿ ਸਵੇਰੇ ਹੀ ਉਸ ਦਾ ਆਤਮਾ ਘਾਬਰ ਗਿਆ। ਤਾਂ ਉਸਨੇ ਮਿਸਰ ਦੇ ਸਾਰੇ ਜਾਦੂਗਰ ਅਰ ਸਾਰੇ ਸਿਆਣੇ ਸੱਦ ਘੱਲੇ। ਤਾਂ ਫਿਰੌਨ ਨੇ ਉਹਨਾਂ ਨੂੰ ਆਪਣਾ ਸੁਪਨਾ ਦੱਸਿਆ, ਪਰ ਕੋਈ ਵੀ ਫਿਰੌਨ ਨੂੰ ਉਹਨਾਂ ਦਾ ਅਰਥ ਨਾ ਦੱਸ ਸਕਿਆ। ਇਸ ਲਈ ਉਸਨੇ ਯਾਕੂਬ ਦੇ ਪੁੱਤਰ ਯੂਸਫ ਨੂੰ ਬੁਲਾਇਆ ਅਤੇ ਉਸ ਨੂੰ ਆਪਣਾ ਸੁਪਨਾ ਅਤੇ ਉਸ ਦਾ ਅਰਥ ਦੱਸਣ ਨੂੰ ਕਿਹਾ। 것을 해석하게끔 그렇게 했던 것입니다. ਆਓ ਅਸੀਂ ਆਇਤ 16 ਪੜ੍ਹੀਏ। ਤਾਂ ਯੂਸਫ ਨੇ ਫਿਰੌਨ ਨੂੰ ਉੱਤਰ ਦਿੱਤਾ ਕਿ ਇਹ ਮੇਰੀ ਸ਼ਕਤੀ ਨਹੀਂ, ਪਰਮੇਸ਼ਵਰ ਹੀ ਫਿਰੌਨ ਨੂੰ ਸ਼ਾਂਤੀ ਦਾ ਉੱਤਰ ਦੇਵੇਗਾ। ਅੱਗੋਂ ਫਿਰੌਨ ਯੂਸਫ ਨੂੰ ਬੋਲਿਆ, ਵੇਖੋ ਮੈਂ ਆਪਣੇ ਸੁਪਨੇ ਵਿੱਚ ਦਰਿਆ ਦੇ ਕੰਢੇ ਉੱਤੇ ਖੜਾ ਸੀ। 서서 보니 ਤਾਂ ਵੇਖੋ ਦਰਿਆ ਵਿੱਚੋਂ 7 ਗਾਈਆਂ ਜਿਹੜੀਆਂ ਮੋਟੀਆਂ ਅਰ ਸੋਹਣੀਆਂ ਸਨ ਨਿਕਲੀਆਂ ਅਰ ਉਹ ਛੰਭ ਵਿੱਚ ਚੁਗਣ ਲੱਗ ਪਈਆਂ। ਤਾਂ ਵੇਖੋ ਉਹਨਾਂ ਦੇ ਮਗਰੋਂ ਹੋਰ 7 ਗਾਈਆਂ ਮਾੜੀਆਂ ਅਰ ਰੂਪ ਵਿੱਚ ਅਤ ਕੁਸੋਹਣੀਆਂ ਅਰ ਲਿਸੀਆਂ ਨਿਕਲ ਆਈਆਂ। ਅਜਿਹੀਆਂ ਕੁਸੋਹਣੀਆਂ ਮੈਂ ਮਿਸਰ ਦੇ ਸਾਰੇ ਦੇਸ਼ ਵਿੱਚ ਕਦੀ ਨਹੀਂ ਵੇਖੀਆਂ। ਤਾਂ ਉਹ ਲਿਸੀਆਂ ਅਰ ਕੁਸੋਹਣੀਆਂ ਗਾਈਆਂ ਪਹਿਲੀਆਂ 7 ਮੋਟੀਆਂ ਗਾਈਆਂ ਨੂੰ ਖਾ ਗਈਆਂ। ਉਹ ਉਹਨਾਂ ਦੇ ਅੰਦਰ ਗਈਆਂ, ਪਰ ਮਾਲੂਮ ਨਾ ਹੋਇਆ ਭਈ ਉਹ ਉਹਨਾਂ ਦੇ ਅੰਦਰ ਗਈਆਂ ਵੀ ਹਨ, ਸਗੋਂ ਉਹ ਅੱਗੇ ਵਰਗੀਆਂ ਹੀ ਕੁਸੋਹਣੀਆਂ ਰਹੀਆਂ। ਤਦ ਮੈਂ ਜਾਗ ਉੱਠਿਆ, ਫਿਰ ਮੈਂ ਆਪਣੇ ਸੁਪਨੇ ਵਿੱਚ ਡਿੱਠਾ ਅਤੇ ਵੇਖੋ ਇੱਕ ਨਾੜ ਵਿੱਚੋਂ ਭਰੇ ਹੋਏ 7 ਚੰਗੇ ਸਿੱਟੇ ਨਿਕਲੇ 의 말은 ਅਤੇ ਵੇਖੋ 7 ਸਿੱਟੇ ਕੁਮਲਾਏ ਹੋਏ ਅਤੇ ਪਤਲੇ ਅਰ ਪੂਰੇ ਦੀ ਹਵਾ ਨਾਲ ਝੁਲਸੇ ਹੋਏ ਉਹਨਾਂ ਦੇ ਪਿੱਛੋਂ ਫੁੱਟ ਪਏ। ਤਾਂ ਉਹਨਾਂ ਪਤਲਿਆਂ ਸਿੱਟਿਆਂ ਨੇ ਚੰਗੀਆਂ 7 ਸਿੱਟਿਆਂ ਨੂੰ ਨਿਗਲ ਲਿਆ। ਮੈਂ ਇਹ ਜਾਦੂਗਰਾਂ ਨੂੰ ਆਖਿਆ, ਪਰ ਕੋਈ ਮੈਨੂੰ ਦੱਸ ਨਾ ਸਕਿਆ। 없나니라. ਯੂਸਫ ਨੇ ਫਿਰੌਨ ਨੂੰ ਆਖਿਆ ਕਿ ਫਿਰੌਨ ਦਾ ਸੁਪਨਾ ਇੱਕੋ ਹੀ ਹੈ। ਜੋ ਯੂਸਫ ਨੇ ਕਿਹਾ ਉਹ ਸੀ,
ਤੇਰੀਆਂ ਗਾਈਆਂ ਦੇ ਸੁਪਨੇ ਅਤੇ ਸਿੱਟਿਆਂ ਦੇ ਸੁਪਨੇ ਦਾ ਅਰਥ ਇੱਕ ਹੀ ਹੈ। 내용입니다라는 뜻으로 이제 설명하고 있습니다. ਪਰਮੇਸ਼ਵਰ ਜੋ ਕੁਝ ਕਰਨ ਵਾਲਾ ਹੈ 바로 이게 ਉਹ ਫਿਰੌਨ ਨੂੰ ਦੱਸਿਆ ਹੈ। ਇਹ 7 ਚੰਗੀਆਂ ਗਾਈਆਂ 7 ਵਰੇ ਹਨ 하고 ਅਤੇ ਇਹ 7 ਚੰਗੇ ਸਿੱਟੇ ਵੀ 7 ਵਰੇ ਹਨ। ਸੁਪਨਾ ਇੱਕੋ ਹੀ ਹੈ। ਆਇਤ 27 ਅਰੋ ਲਿਸੀਆਂ ਅਰ ਕਸੋਣੀਆਂ 7 ਗਾਈਆਂ ਜਿਹੜੀਆਂ ਉਹਨਾਂ ਦੇ ਮਗਰੋਂ ਨਿਕਲੀਆਂ 7 ਵਰੇ ਹਨ ਅਰ ਉਹ 7 ਸਿੱਟੇ ਜਿਹੜੇ ਪਤਲੇ ਅਰ ਪੁਰੇ ਦੀ ਹਵਾ ਨਾਲ ਝੁਲਸੇ ਹੋਏ ਸਨ ਉਹ ਕਾਲ ਦੇ 7 ਵਰੇ ਹੋਣਗੇ। ਇਹੋ ਹੀ ਗੱਲ ਹੈ ਜਿਹੜੀ ਮੈਂ ਫਿਰੌਨ ਨਾਲ ਕੀਤੀ। ਪਰਮੇਸ਼ਵਰ ਜੋ ਕੁਝ ਕਰਨ ਨੂੰ ਹੈ ਸੋ ਉਸ ਫਿਰੌਨ ਨੂੰ ਵਿਖਾਲਿਆ ਹੈ। ਵੇਖੋ ਸਾਰੇ ਮਿਸਰ ਦੇਸ਼ ਵਿੱਚ 7 ਵਰੇ ਵੱਡੇ ਸੁਕਾਲ ਦੇ ਆਉਣ ਵਾਲੇ ਹਨ ਪਰ ਉਹਨਾਂ ਦੇ ਮਗਰੋਂ 7 ਵਰੇ ਕਾਲ ਦੇ ਚੜਨਗੇ ਅਤੇ ਮਿਸਰ ਦੇਸ਼ ਦਾ ਸਾਰਾ ਸੁਕਾਲ ਭੁੱਲ ਜਾਵੇਗਾ ਅਤੇ ਉਹ ਕਾਲ ਇਸ ਦੇਸ਼ ਨੂੰ ਮੁਕਾ ਦੇਵੇਗਾ ਔਰ ਉਸ ਸੁਕਾਲ ਬਹੁਤ ਜ਼ਿਆਦਾ ਪੈਦਾਵਾਰ ਦੇਸ਼ ਵਿੱਚ ਉਸ ਆਉਣ ਵਾਲੇ ਕਾਲ ਦੇ ਕਾਰਨ ਮਾਲੂਮ ਨਾ ਹੋਵੇਗਾ ਕਿਉਂ ਜੋ ਉਹ ਬਹੁਤ ਹੀ ਭਾਰਾ ਹੋਵੇਗਾ। ਫਿਰੌਨ ਨੂੰ ਸੁਪਨਾ ਦੋਹਰੀ ਵਾਰ ਇਸ ਲਈ ਵਿਖਾਇਆ ਗਿਆ ਹੈ ਭਈ ਇਹ ਗੱਲ ਪਰਮੇਸ਼ਵਰ ਵੱਲੋਂ ਪੱਕੀ ਹੈ ਔਰ ਪਰਮੇਸ਼ਵਰ ਇਸ ਨੂੰ ਛੇਤੀ ਪੂਰਾ ਕਰੇਗਾ। ਹੁਣ ਫਿਰੌਨ ਇੱਕ ਸਿਆਣੇ ਔਰ ਬੁੱਧੀਮਾਨ ਮਨੁੱਖ ਨੂੰ ਲੱਭੇ ਔਰ ਉਸ ਨੂੰ ਮਿਸਰ ਦੇਸ਼ ਉੱਤੇ ਠਹਿਰਾਵੇ। ਫਿਰੌਨ ਇਉਂ ਕਰੇ ਕਿ ਇਸ ਦੇਸ਼ ਉੱਤੇ ਮੁਹੱਸਲਾ ਨੂੰ ਮੁਕਰਰ ਕਰੇ ਸੋ 5ਵਾਂ ਹਿੱਸਾ ਮਿਸਰ ਦੀ ਧਰਤੀ ਦਾ ਇਹਨਾਂ ਸੁਕਾਲ ਦੇ 7 ਵਰਿਆਂ ਵਿੱਚ ਲਿਆ ਕਰੇ ਅਤੇ ਉਹ ਇਹਨਾਂ ਆਉਣ ਵਾਲਿਆਂ ਚੰਗਿਆਂ ਵਰਿਆਂ ਦਾ ਸਾਰਾ ਅੰਨ ਇਕੱਠਾ ਕਰਨ ਔਰ ਫਿਰੌਨ ਦੇ ਹੱਥ ਹੇਠ ਨਗਰਾਂ ਵਿੱਚ ਅੰਨ ਦੇ ਢੇਰ ਲਾਉਣ ਔਰ ਉਸ ਦੀ ਰਾਖੀ ਕਰਨ। 이와 같이 그 공부 ਤਾਂ ਉਹ ਅੰਨ 7 ਵਰਿਆਂ ਦੇ ਕਾਲ ਲਈ ਜਿਹੜਾ ਮਿਸਰ ਦੇਸ਼ ਵਿੱਚ ਪਵੇਗਾ ਜ਼ਖੀਰਾ ਹੋਵੇਗਾ ਤਾਂ ਜੋ ਇਹ ਦੇਸ਼ ਕਾਲ ਦੇ ਕਾਰਨ ਨਾਸ ਨਾ ਹੋ ਜਾਵੇ। 멸망치 아니하리이다고 이렇게 예언을 했습니다. ਯੂਸਫ ਦੀ ਵਿਆਖਿਆ ਦੇ ਅਨੁਸਾਰ ਮਿਸਰ ਵਿੱਚ 7 ਕਾਲ ਦਾ ਸੁਕਾਲ ਆਇਆ। 애굽 땅에는 7년간 전래 복이 드문 풍성한 풍년이 들었습니다. 7 ਸਾਲ ਪੈਦਾਵਾਰ ਦੀ ਬਹੁਤਾਇਤ ਹੋਈ 풍성한 풍년이 들었는데 ਪਰ ਸੁਕਾਲ ਦੇ 7 ਸਾਲ ਖਤਮ ਹੋਣ ਦੇ ਬਾਅਦ 7 ਸਾਲਾਂ ਦਾ ਭਾਰੀ ਅਕਾਲ ਪੈਣਾ ਸ਼ੁਰੂ ਹੋਇਆ। 복이 드문 흉년이 이제 오게 된 것입니다. ਬਾਈਬਲ ਦਾ ਇਹ ਅਭਿਲੇਖ 이들도 ਇਸ ਨੂੰ ਨਿਰਦੇਸ਼ਿਤ ਕਰਦਾ ਹੈ 사람을 통해서 ਕਿ ਪਰਮੇਸ਼ਵਰ ਨੇ ਇੱਕ ਮਨੁੱਖ ਦੇ ਦੁਆਰਾ ਭਵਿੱਖ ਵਿੱਚ ਹੋਣ ਵਾਲੀ ਗੱਲ ਦੀ ਭਵਿੱਖਬਾਣੀ ਕੀਤੀ 그 예언하신 그대로 ਅਤੇ ਉਹਨਾਂ ਨੇ ਸਭ ਕੁਝ ਠੀਕ ਉਸੇ ਤਰ੍ਹਾਂ ਪੂਰਾ ਕੀਤਾ ਜਿਵੇਂ ਭਵਿੱਖਬਾਣੀ ਕੀਤੀ ਗਈ ਸੀ। 살필 수 있는 대목이 되겠습니다. ਅਸੀਂ ਅਤੀਤ ਵਿੱਚ ਹੋਈ ਗੱਲ ਦੇ ਰਾਹੀਂ ਇੱਕ ਭਵਿੱਖਬਾਣੀ ਅਤੇ ਉਸ ਦੀ ਪੂਰਨਤਾ ਦੇਖ ਰਹੇ ਹਾਂ ਪਰ ਇਸ ਨਾਲੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਸਾਡਾ ਕੀ ਹੋਵੇਗਾ। ਸਾਡੇ ਭਵਿੱਖ ਦੀ ਭਵਿੱਖਬਾਣੀ ਕਿਸ ਤਰ੍ਹਾਂ ਕੀਤੀ ਗਈ ਹੈ। 어떻게 예언되어 있을까? ਸਾਰੇ ਲੋਕੋ ਕੀ ਤੁਸੀਂ ਆਪਣੇ ਭਵਿੱਖ ਨੂੰ ਲੈ ਕੇ ਉਤਸੁਕ ਨਹੀਂ ਹੋ? ਤੁਸੀਂ ਬਾਈਬਲ ਵਿੱਚ ਆਪਣੇ ਭਵਿੱਖ ਦੇ ਸਾਰੇ ਉੱਤਰ ਪਾ ਸਕਦੇ ਹੋ। ਹਰ ਵਾਰ ਜਦ ਅਸੀਂ ਆਪਣੇ ਭਵਿੱਖ ਦੀਆਂ ਭਵਿੱਖਬਾਣੀਆਂ ਦੇਖਦੇ ਹਾਂ ਤਦ ਸਾਨੂੰ ਸ਼ਕਤੀ ਮਿਲਦੀ ਹੈ ਅਤੇ ਅਸੀਂ ਬਹੁਤ ਖੁਸ਼ ਅਤੇ ਆਸ ਨਾਲ ਭਰ ਜਾਂਦੇ ਹਾਂ। 소망이 생깁니다. ਅਸੀਂ ਸੋਚਣ ਲੱਗਦੇ ਹਾਂ ਭਵਿੱਖ ਵਿੱਚ ਸਾਡੇ ਨਾਲ ਇਸ ਤਰ੍ਹਾਂ ਹੋਣ ਵਾਲਾ ਹੈ। ਸਾਡੀ ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਅਸੀਂ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਾਂਗੇ। ਯੂਸਫ ਨੇ ਕਿਹਾ ਜੇ ਤੂੰ ਪੈਦਾਵਾਰ ਦੀ ਬਹੁਤਾਇਤ ਦੇ 7 ਸਾਲਾਂ ਵਿੱਚ ਤਿਆਰੀ ਨਾ ਕਰੇ ਤਦ ਅਕਾਲ ਦੇ ਸਾਲ ਵਿੱਚ ਇਸ ਦੇਸ਼ ਦਾ ਸਤਿਆਨਾਸ਼ ਹੋ ਜਾਵੇਗਾ। ਇਸ ਲਈ ਪੈਦਾਵਾਰ ਦੀ ਬਹੁਤਾਇਤ ਦੇ 7 ਸਾਲਾਂ ਵਿੱਚ ਤਿਆਰੀ ਕਰ। ਜਦ ਯਹੋਸ਼ੂਆ ਨੇ ਫਿਰੌਨ ਨੂੰ ਗਿਆਨ ਭਰਪੂਰ ਸੁਝਾਅ ਦਿੱਤਾ 왕이 ਤਦ ਫਿਰੌਨ ਨੇ ਕੀ ਕਿਹਾ 뭐라고 했습니까? ਤੂੰ ਇਸ ਕੰਮ ਦੇ ਯੋਗ ਹੈ 너다 ਮੈਂ ਤੈਨੂੰ ਪੂਰਾ ਅਧਿਕਾਰ ਦਿੰਦਾ ਹਾਂ 모든 정권을 주겠다. ਮੈਂ ਤੈਨੂੰ ਸਬ ਕਮਾਂਡਰ ਦੇ ਰੂਪ ਵਿੱਚ ਨਿਯੁਕਤ ਕਰਦਾ ਹਾਂ। 요셉 ਉਸ ਤਰ੍ਹਾਂ ਯੂਸਫ ਨੂੰ ਸਾਰੇ ਮਿਸਰ ਦੇ ਸਾਰੇ ਮਾਮਲਿਆਂ ਦਾ ਪ੍ਰਬੰਧ ਕਰਨ ਦੇ ਲਈ ਪ੍ਰਧਾਨ ਮੰਤਰੀ ਠਹਿਰਾਇਆ ਗਿਆ ਹੈ ਨਾ। 대통령이 되지 않습니까? ਸੁਕਾਲ ਦੇ ਸਾਲ ਵਿੱਚ ਯੂਸਫ ਨੇ ਪੂਰੇ ਦੇਸ਼ ਵਿੱਚ ਕੋਠੇ ਬਣਵਾਏ ਅਤੇ ਖਾਣ ਵਾਲੀਆਂ ਵਸਤੂਆਂ ਨੂੰ ਇਕੱਠਾ ਕੀਤਾ। ਉਸਨੇ 7 ਸਾਲ ਤੱਕ ਇਸ ਕੰਮ ਨੂੰ ਮਿਹਨਤ ਨਾਲ ਕੀਤਾ ਅਤੇ 8ਵੇਂ ਸਾਲ ਵਿੱਚ ਅਕਾਲ ਸ਼ੁਰੂ ਹੋ ਗਿਆ। ਗੱਲਾਂ ਉਸੇ ਤਰ੍ਹਾਂ ਹੋਈਆਂ ਜਿਸ ਤਰ੍ਹਾਂ ਪਰਮੇਸ਼ਵਰ ਨੇ ਭਵਿੱਖਬਾਣੀ ਕੀਤੀ ਸੀ ਕਿਉਂਕਿ ਮਿਸਰ ਦੇਸ਼ ਵਿੱਚ ਭਾਰੀ ਅਕਾਲ ਪਿਆ ਸੀ। 하기 위해서 ਇਸ ਲਈ ਲੋਕਾਂ ਨੂੰ ਭੋਜਨ ਖਰੀਦਣ ਲਈ ਦੁੱਗਣੇ ਅਤੇ ਤਿਗਣੇ ਮੁੱਲ ਦਾ ਭੁਗਤਾਨ ਕਰਨਾ ਪਿਆ। 어떤 더 많은 비용을 내면서까지 ਕੁਝ ਲੋਕਾਂ ਨੂੰ ਭੋਜਨ ਮੁੱਲ ਲੈਣ ਲਈ ਮਜਬੂਰੀ ਵਿੱਚ ਆਪਣੀ ਜ਼ਮੀਨ ਵੀ ਵੇਚਣੀ ਪਈ। ਇਸ ਲਈ ਉਸ ਸਮੇਂ ਫਿਰੌਨ ਦੇ ਧਨ ਦਾ ਹੋਰ ਵਾਧਾ ਹੋਇਆ। ਇਹ ਸਭ ਬਾਈਬਲ ਵਿੱਚ ਲਿਖਿਆ ਹੈ। 이런 이제 성경 기록이 있습니다. ਤਦ ਇਸ ਉਦਾਹਰਣ ਨੂੰ ਦੇਖ ਕੇ ਕਿ ਸਾਨੂੰ ਵੀ ਤਿਆਰੀ ਨਹੀਂ ਕਰਨੀ ਚਾਹੀਦੀ ਕਿਉਂਕਿ ਅਸੀਂ ਭਵਿੱਖਬਾਣੀਆਂ ਦੇ ਰਾਹੀਂ ਪਹਿਲੇ ਤੋਂ ਹੀ ਦੇਖਿਆ ਹੈ ਕਿ ਕੀ ਹੋਣ ਵਾਲਾ ਹੈ। 오늘을 대비할 수 있지 않습니까? ਪ੍ਰਕਾਸ਼ ਦੀ ਪੋਥੀ ਵਿੱਚ ਪਰਮੇਸ਼ਵਰ ਨੇ ਕਿਹਾ 이게 또 ਮੈਂ ਤੁਹਾਨੂੰ ਹਰ ਇੱਕ ਨੂੰ ਉਸ ਦੇ ਕੰਮਾਂ ਦੇ ਅਨੁਸਾਰ ਬਦਲਾ ਦੇਵਾਂਗਾ। ਇਹ ਵੀ ਭਵਿੱਖਬਾਣੀ ਹੈ। ਸਾਨੂੰ ਸਵਰਗ ਵਿੱਚ ਬਹੁਤ ਸਾਰੇ ਪ੍ਰਤੀਫਲ ਪਾਉਣਾ ਚਾਹਣ ਤੇ ਵੀ ਜੇ ਸਾਡੇ ਕੰਮ ਸਿਰਫ ਕੁਝ ਹੀ ਪ੍ਰਤੀਫਲ ਪਾਉਣ ਦੇ ਯੋਗ ਹੈ 없는 행동을
ਤਦ ਅਸੀਂ ਸਿਰਫ ਕੁਝ ਹੀ ਪ੍ਰਤੀਫਲ ਪਾਵਾਂਗੇ, ਕਿਉਂਕਿ ਪਰਮੇਸ਼ਵਰ ਨੇ ਕਿਹਾ ਜੋ ਥੋੜਾ ਬੀਜਦਾ ਹੈ ਉਹ ਥੋੜਾ ਵੱਢੇਗਾ ਵੀ, 많이 ਅਤੇ ਜੋ ਬਹੁਤ ਬੀਜਦਾ ਹੈ ਉਹ ਬਹੁਤ ਵੱਢੇਗਾ। 거두셨으니까 그리 될 수밖에 없겠죠. 그래서 ਯੂਸਫ ਨੇ ਇਸ ਲਈ ਤਿਆਰੀ ਕੀਤੀ ਕਿਉਂਕਿ ਉਸ ਨੂੰ ਵਿਸ਼ਵਾਸ ਸੀ ਕਿ ਸੁਕਾਲ ਦੇ 7 ਸਾਲ ਅਤੇ ਅਕਾਲ ਦੇ 7 ਸਾਲ ਆਉਣਗੇ। 절대적으로 믿고 준비를 했던 내용처럼 ਤਦ ਕਿ ਸਾਨੂੰ ਵੀ ਨੇੜੇ ਆ ਰਹੇ ਸਵਰਗ ਦੇ ਰਾਜ ਦੀ ਤਿਆਰੀ ਨਹੀਂ ਕਰਨੀ ਚਾਹੀਦੀ। ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਤਰ੍ਹਾਂ ਦੇ ਮੂਰਖ ਲੋਕ ਨਾ ਬਣੀਏ ਜੋ ਸਿਰਫ ਇਸ ਲਈ ਬਹੁਤ ਸਾਰੀਆਂ ਆਸ਼ੀਸ਼ਾਂ ਨੂੰ ਤਿਆਗ ਦਿੰਦੇ ਹਨ ਕਿਉਂਕਿ ਉਹਨਾਂ ਦਾ ਵਰਤਮਾਨ ਜੀਵਨ ਥੋੜਾ ਬਹੁਤ ਥਕਾਊ ਅਤੇ ਔਖਾ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਆਉਣ ਵਾਲੀ ਮਹਿਮਾ ਬਹੁਤ ਵੱਡੀ ਹੈ, ਇਸ ਲਈ ਕਿ ਸਾਨੂੰ ਧੀਰਜ ਨਾਲ ਸਹਿਣ ਨਹੀਂ ਕਰਨਾ ਚਾਹੀਦਾ। 7 ਸਾਲ ਤੱਕ ਯੂਸਫ ਨੇ ਸਭ ਪ੍ਰਕਾਰ ਦੀਆਂ ਖਾਣ ਵਾਲੀਆਂ ਚੀਜ਼ਾਂ ਨੂੰ ਜੋ ਮਿਸਰ ਦੇਸ਼ ਵਿੱਚ ਹੁੰਦੀਆਂ ਸੀ ਮੁੱਲ ਲਈਆਂ, ਕਿਉਂਕਿ 7 ਸਾਲਾਂ ਤੱਕ ਪੈਦਾਵਾਰ ਦੀ ਬਹੁਤਾਇਤ ਹੁੰਦੀ ਰਹੀ। ਇਸ ਲਈ ਕਿਸਾਨਾਂ ਦੇ ਭਵਿੱਖ ਦੇ ਲਈ ਸੋਚੇ ਬਿਨਾ ਆਪਣੀ ਫਸਲ ਵੇਚ ਦਿੱਤੀ। 속적으로 이루어지니까 ਸੁਕਾਲ ਦੇ 7 ਸਾਲਾਂ ਦੇ ਬਾਅਦ 8ਵੇਂ ਸਾਲ ਵਿੱਚ ਦੇਸ਼ ਵਿੱਚ ਲਗਾਤਾਰ 7 ਸਾਲ ਤੱਕ ਅਕਾਲ ਪਿਆ। 지속이 되었습니다. ਸਭ ਕੁਝ ਠੀਕ ਉਸੇ ਤਰ੍ਹਾਂ ਹੋਇਆ ਜਿਸ ਤਰ੍ਹਾਂ ਪਰਮੇਸ਼ਵਰ ਨੇ ਯੂਸਫ ਦੇ ਰਾਹੀਂ ਭਵਿੱਖਬਾਣੀ ਕੀਤੀ ਸੀ। 들이 진행이 되었습니다. ਸਾਡੀ ਤੁਲਨਾ ਵਿੱਚ ਇਹ ਅਲੱਗ ਨਹੀਂ ਹੈ। 이와 ਭਾਵੇਂ ਲੋਕ ਬਾਈਬਲ ਦੀਆਂ ਭਵਿੱਖਬਾਣੀਆਂ ਉੱਤੇ ਵਿਸ਼ਵਾਸ ਕਰਕੇ ਉਹਨਾਂ ਦੇ ਅਨੁਸਾਰ ਜਿਉਣ ਜਾਂ ਭਵਿੱਖਬਾਣੀਆਂ ਨੂੰ ਤੁੱਛ ਜਾਣਨ, 사람들과 ਭਵਿੱਖਬਾਣੀਆਂ ਪੱਕਾ ਹੀ ਪੂਰੀਆਂ ਹੋ ਜਾਣਗੀਆਂ। 7 ਸਾਲਾਂ ਦਾ ਸੁਕਾਲ ਆਇਆ ਹੈ, ਇਸ ਲਈ ਮੈਨੂੰ ਯਕੀਨ ਹੈ ਕਿ 8ਵੇਂ ਸਾਲ ਵਿੱਚ ਵੀ ਪੈਦਾਵਾਰ ਦੀ ਬਹੁਤਾਇਤ ਹੋਵੇਗੀ। ਯੂਸਫ ਦੇ ਸਮੇਂ ਵਿੱਚ ਇਸ ਤਰ੍ਹਾਂ ਦੇ ਲੋਕ ਹੋਣਗੇ ਜਿਨ੍ਹਾਂ ਨੇ ਇਸ ਤਰ੍ਹਾਂ ਸੋਚਿਆ, ਕਿਉਂਕਿ ਉਹਨਾਂ ਨੇ 7 ਸਾਲਾਂ ਤੱਕ ਭਰਪੂਰ ਮਾਤਰਾ ਵਿੱਚ ਅਨਾਜ ਅਤੇ ਫਸਲਾਂ ਨੂੰ ਦੇਖਿਆ। 믿지 않았겠죠. ਇਸ ਲਈ ਉਹ ਪਰਮੇਸ਼ਵਰ ਦੇ ਕਿਸੇ ਵੀ ਪ੍ਰਕਾਰ ਦੀ ਭਵਿੱਖਬਾਣੀ ਦੇਣ ਤੇ ਵੀ ਵਿਸ਼ਵਾਸ ਨਹੀਂ ਕਰ ਸਕੇ। 8ਵੇਂ ਸਾਲ ਵਿੱਚ ਉਹਨਾਂ ਨੇ ਸੋਚਿਆ, ਮੈਨੂੰ ਨਹੀਂ ਲੱਗਦਾ ਕਿ ਅਕਾਲ ਪਵੇਗਾ। 9ਵੇਂ ਸਾਲ ਵਿੱਚ ਉਹਨਾਂ ਨੇ ਸੋਚਿਆ, ਮੈਨੂੰ ਯਕੀਨ ਹੈ ਕਿ ਇਸ ਸਾਲ ਸਾਡੀ ਪੈਦਾਵਾਰ ਦੀ ਬਹੁਤਾਇਤ ਹੋਵੇਗੀ, ਪਰ ਅਕਾਲ ਜਾਰੀ ਰਿਹਾ। ਭਵਿੱਖਬਾਣੀ ਦੇ ਅਨੁਸਾਰ ਸੁਕਾਲ ਦੇ 7 ਸਾਲ ਦੇ ਬਾਅਦ ਅਕਾਲ ਦੇ 7 ਸਾਲ ਆਏ। 계속 뒤따랐습니다. ਜਿਨ੍ਹਾਂ ਨੇ ਭਵਿੱਖਬਾਣੀਆਂ ਉੱਤੇ ਵਿਸ਼ਵਾਸ ਕੀਤਾ ਸੀ ਉਹ ਅਕਾਲ ਦੇ ਲਈ 7 ਸਾਲਾਂ ਤੱਕ ਤਿਆਰੀ ਕਰ ਸਕੇ, ਪਰ ਜਿਨ੍ਹਾਂ ਨੂੰ ਭਵਿੱਖਬਾਣੀ ਉੱਤੇ ਵਿਸ਼ਵਾਸ ਨਹੀਂ ਸੀ ਉਹ ਅਕਾਲ ਦੇ ਲਈ ਤਿਆਰੀ ਨਹੀਂ ਕਰ ਸਕੇ। ਇਸ ਤਰ੍ਹਾਂ ਜਿਵੇਂ ਅਸੀਂ ਸਵਰਗ ਦੀ ਉਸ ਸਦੀਪਕ ਮਹਿਮਾ ਦੇ ਬਾਰੇ ਵਿੱਚ ਸੋਚਦੇ ਹਾਂ ਜੋ ਭਵਿੱਖ ਵਿੱਚ ਸਾਡੇ ਤੇ ਪ੍ਰਗਟ ਹੋਵੇਗੀ, ਉਸੇ ਤਰ੍ਹਾਂ ਸਾਨੂੰ ਅੱਜ ਦੇ ਜੀਵਨ ਵਿੱਚ ਪਰਮੇਸ਼ਵਰ ਦਾ ਵਾਅਦਾ ਕੀਤਾ ਹੋਈ ਭਵਿੱਖਬਾਣੀ ਦੇ ਨਾਲ ਕਦਮ ਮਿਲਾ ਕੇ ਚੱਲਣਾ ਚਾਹੀਦਾ ਹੈ। ਭਵਿੱਖਬਾਣੀ ਦੇ ਨਾਲ ਕਦਮ ਮਿਲਾ ਕੇ ਚੱਲਣ ਦੇ ਲਈ ਅਸੀਂ ਪ੍ਰਕਾਸ਼ ਦੀ ਪੋਥੀ 22 ਪੜ੍ਹੇ ਬਿਨਾ ਨਹੀਂ ਰਹਿ ਸਕਦੇ। ਆਓ ਅਸੀਂ ਉਸ ਤੇ ਇੱਕ ਨਜ਼ਰ ਪਾਈਏ। ਆਇਤ 5 ਵਿੱਚ ਲਿਖਿਆ ਹੈ, 다시 ਅਤੇ ਹੁਣ ਅਗਾਹਾਂ ਨੂੰ ਰਾਤ ਨਾ ਹੋਵੇਗੀ ਅਤੇ ਉਹਨਾਂ ਨੂੰ ਦੀਵੇ ਦੀ ਲੋ ਸਗੋਂ ਸੂਰਜ ਦੇ ਚਾਨਣ ਦੀ ਕੁਝ ਲੋੜ ਨਹੀਂ, ਕਿਉਂ ਜੋ ਪ੍ਰਭੂ ਪਰਮੇਸ਼ਵਰ ਉਹਨਾਂ ਨੂੰ ਚਾਨਣ ਕਰੇਗਾ ਅਤੇ ਉਹ ਕੀ ਕਰਨਗੇ? ਜੁਗੋ ਜੁਗ ਰਾਜ ਕਰਨਗੇ। 1절의 말씀 ਆਇਤ 6 ਕਹਿੰਦੀ ਹੈ, ਫਿਰ ਉਹਨ ਮੈਨੂੰ ਆਖਿਆ, ਇਹ ਬਚਨ ਨੇਚਾ ਜੋਗ ਅਤੇ ਕੀ ਹਨ? ਸੱਤ ਹਨ। ਸਵਰਗਦੂਤ ਨੇ ਸਾਫ਼-ਸਾਫ਼ ਕਿਹਾ, ਇਹ ਪਰਮੇਸ਼ਵਰ ਦੀ ਵਿਸ਼ਵਾਸ ਦੇ ਯੋਗ ਭਵਿੱਖਬਾਣੀ ਅਤੇ ਭਵਿੱਖਬਾਣੀ ਦੇ ਵਾਅਦੇ ਹਨ ਜੋ ਝੂਠ ਨਹੀਂ ਹੈ। 예언의 약속이니까 이 ਇਸ ਲਈ ਇਹ ਵਚਨ ਸੱਚੇ 진실한지라고 이렇게 ਅਤੇ ਵਿਸ਼ਵਾਸ ਦੇ ਯੋਗ ਹਨ। 말씀을 주셨습니다. ਇਸ ਦੀ ਚਿੰਤਾ ਕਰਨ ਦੇ ਬਦਲੇ ਕਿ ਮੈਂ ਕੱਲ ਕੀ ਕਰਾਂਗਾ, ਮੇਰਾ ਕੀ ਹੋਵੇਗਾ, 이렇게 ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਭਵਿੱਖਬਾਣੀ ਨੂੰ ਦੇਖਦੇ ਹੋਏ ਸਾਡੇ ਲਈ ਤਿਆਰ ਕੀਤੀ ਹੋਈ ਸ਼ਾਨਦਾਰ ਦੁਨੀਆ ਨੂੰ ਦੇਖੀਏ 볼 줄 아는 ਅਤੇ ਇਸ ਭਵਿੱਖਬਾਣੀ ਦੇ ਅਨੁਸਾਰ ਚੱਲੀਏ। 예언의 인물들이 다 되셔야 되겠습니다. ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 21 ਆਇਤ 4 ਦੇਖੀਏ। ਆਇਤ 4, ਅਤੇ ਉਹ ਉਹਨਾਂ ਦੀਆਂ ਅੱਖੀਆਂ ਤੋਂ ਹਰੇਕ ਹੰਝੂ ਪੂੰਝੇਗਾ 다시는 사망이 없고 ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, 곡하는 ਨਾ ਅਗਾਹਾਂ ਨੂੰ ਸੋਗ, ਨਾ ਰੋਣਾ, ਨਾ ਦੁੱਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ। 말씀이라. ਅਤੇ ਉਹ ਜਿਹੜਾ ਸਿੰਘਾਸਨ ਉਤੇ ਬਿਰਾਜਮਾਨ ਹੈ ਬੋਲਿਆ, ਵੇਖ ਮੈਂ ਸਭੋ ਕੁਝ ਨਵਾਂ ਬਣਾਉਂਦਾ ਹਾਂ। ਅਤੇ ਉਹਨਾਂ ਆਖਿਆ, ਲਿਖ, ਕਿਉਂ ਜੇ ਇਹ ਬਚਨ ਕੀ ਹਨ? 신실하고 ਨੇਚਾ ਜੋਗ ਅਤੇ ਸੱਤ ਹਨ। ਭਵਿੱਖਬਾਣੀਆਂ ਦੇ ਅਨੁਸਾਰ ਜਿਉਣ ਵਾਲੇ ਇਸ ਪ੍ਰਕਾਰ ਦੇ ਭਵਿੱਖ ਦੀ ਆਸ ਰੱਖਦੇ ਹਨ। ਸਾਨੂੰ ਕੁਝ ਹੀ ਦੇਰ ਵਿੱਚ ਅਲੋਪ ਹੋਣ ਵਾਲੀ ਦੁਨੀਆ ਨੂੰ ਪਿੱਛਾ ਕਰਨ ਵਿੱਚ ਆਪਣਾ ਸਮਾਂ ਗਵਾਉਂਦੇ ਹੋਏ ਇਸ ਸ਼ਾਨਦਾਰ ਦੁਨੀਆ ਨੂੰ ਛੱਡਣਾ ਜਾਂ ਗਵਾਉਣਾ ਨਹੀਂ ਚਾਹੀਦਾ। 대해서는 결단코 안 되겠습니다. ਜੇ ਯੂਸਫ ਨੇ ਇਸ ਗੱਲ ਤੇ ਪੂਰਾ ਵਿਸ਼ਵਾਸ ਨਾ ਕੀਤਾ ਹੁੰਦਾ ਕਿ ਜਿਵੇਂ ਪਰਮੇਸ਼ਵਰ ਨੇ ਫਿਰੌਨ ਦੇ ਸੁਪਨੇ ਵਿੱਚ ਦਿਖਾਇਆ, ਉਸੇ ਤਰ੍ਹਾਂ ਬਹੁਤਾਇਤ ਦੇ 7 ਸਾਲਾਂ ਦੇ ਬਾਅਦ ਅਕਾਲ ਦੇ 7 ਸਾਲ ਸ਼ੁਰੂ ਹੋਣਗੇ, ਤਦ ਕਿ ਉਹ ਕੋਠੇ ਬਣਵਾਉਂਦਾ ਸੀ।
절대로 ਉਹ ਇਸ ਤਰ੍ਹਾਂ ਨਾ ਕਰਦਾ 그리고 ਅਤੇ ਕੀ ਉਹ ਸੁਕਾਲ ਵਿੱਚ ਜੋ 7 ਸਾਲ ਤੱਕ ਚੱਲਿਆ ਫਸਲ ਮੁੱਲ ਲੈਂਦਾ? 그러니까 없습니까? ਜੇ 8ਵੇਂ 9ਵੇਂ ਜਾਂ 10ਵੇਂ ਸਾਲ ਤੱਕ ਵੀ 10년째도 ਸੁਕਾਲ ਚੱਲਦਾ ਰਹਿੰਦਾ 미리 ਤਦ ਅਨਾਜ ਖਰਾਬ ਹੋ ਜਾਂਦਾ। 다 썩어져 없어질 것인데 말이죠. ਪਰ ਉਹ 믿었기 때문에 ਇਸ ਤਰ੍ਹਾਂ ਕਰ ਸਕਿਆ ਕਿਉਂਕਿ ਉਸ ਨੂੰ ਭਵਿੱਖਬਾਣੀ ਉੱਤੇ ਪੂਰਾ ਵਿਸ਼ਵਾਸ ਸੀ। 오늘 ਠੀਕ ਉਸੇ ਤਰ੍ਹਾਂ ਅੱਜ ਪ੍ਰਕਾਸ਼ ਦੀ ਪੋਥੀ ਅਧਿਆਇ 21 ਅਤੇ 22 ਸਮੇਤ ਪਰਮੇਸ਼ਵਰ ਦੀਆਂ ਸਾਰੀਆਂ ਭਵਿੱਖਬਾਣੀਆਂ 21장에 ਉਹਨਾਂ ਉੱਤੇ ਲਾਗੂ ਹੁੰਦੀਆਂ ਹਨ ਜਿਨ੍ਹਾਂ ਨੂੰ ਇਹਨਾਂ ਤੇ ਵਿਸ਼ਵਾਸ ਹੈ। ਪਰ ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਉਹ ਭਵਿੱਖਬਾਣੀਆਂ ਦੇ ਅਨੁਸਾਰ ਨਹੀਂ ਜੀ ਸਕਦੇ। ਜੇ ਕੋਈ ਕਹਿੰਦਾ ਹੈ 하지. ਵਰਤਮਾਨ ਸਮੇਂ ਦੀ ਅਸਲੀਅਤ ਬਹੁਤ ਮਹੱਤਵਪੂਰਨ ਹੈ ਤਦ ਮੈਨੂੰ ਕਿਵੇਂ ਯਕੀਨ ਹੋਵੇਗਾ ਕਿ ਮੈਂ ਉਸ ਸ਼ਾਨਦਾਰ ਜਗ੍ਹਾ ਉੱਤੇ ਜਾ ਕੇ ਰਾਜ ਕਰਾਂਗਾ? ਤਦ ਉਹ ਉਸ ਮਨੁੱਖ ਦੇ ਸਮਾਨ ਹੈ ਜਿਸ ਨੂੰ ਲੱਗਾ ਕਿ 7ਵੇਂ ਸਾਲ ਦੇ ਖਤਮ ਹੋਣ ਤੇ ਵੀ 8ਵੇਂ ਅਤੇ 9ਵੇਂ ਸਾਲ ਵਿੱਚ ਵੀ ਪੈਦਾਵਾਰ ਦੀ ਬਹੁਤਾਇਤ ਹੋਵੇਗੀ। 하나님 ਜੋ ਲੋਕ ਇਹ ਸੋਚ ਕੇ ਕਿ ਪਰਮੇਸ਼ਵਰ ਦੀ ਭਵਿੱਖਬਾਣੀ ਪੂਰੀ ਨਹੀਂ ਹੋਵੇਗੀ ਖੁਦ ਦੀ ਰਾਏ ਉੱਤੇ ਨਿਰਭਰ ਰਹੇ ਉਹਨਾਂ ਨੂੰ 8ਵੇਂ ਸਾਲ ਵਿੱਚ ਭਾਰੀ ਕਸ਼ਟ ਝੱਲਣਾ ਪਿਆ ਹੋਵੇਗਾ। 굉장한 ਕਿ ਇਹ ਸੱਚ ਨਹੀਂ? 것입니다. 그렇지 않겠습니까? ਅਸੀਂ ਪਰਮੇਸ਼ਵਰ ਦੀ ਸੰਤਾਨ ਹਾਂ। 드립니다. ਸਾਨੂੰ ਵਿਸ਼ਵਾਸ ਹੈ ਕਿ ਪਰਮੇਸ਼ਵਰ ਆਪਣੇ ਵਚਨਾਂ ਨੂੰ ਜ਼ਰੂਰ ਹੀ ਪੂਰਾ ਕਰਨਗੇ। 이루신다는 것 믿고 있습니다. ਬਾਈਬਲ ਦੀਆਂ 66 ਪੁਸਤਕਾਂ ਵਿੱਚ ਲਿਖੇ ਸਾਰੇ ਵਚਨ ਪਰਮੇਸ਼ਵਰ ਦੇ ਵਚਨ ਹਨ। ਉਹ ਪਰਮੇਸ਼ਵਰ ਦੇ ਵਚਨ ਅਤੇ ਭਵਿੱਖਬਾਣੀਆਂ ਹਨ। ਪਰਮੇਸ਼ਵਰ ਨੇ ਕਿਹਾ ਤੁਸੀਂ ਉਸ ਸ਼ਾਨਦਾਰ ਦੁਨੀਆ ਵਿੱਚ ਜਿੱਥੇ ਨਾ ਮੌਤ ਨਾ ਸ਼ੋਕ ਨਾ ਬਿਰਲਾਪ ਨਾ ਰੋਗ ਨਾ ਦਰਦ ਅਤੇ ਨਾ ਹੀ ਬੁਢਾਪਾ ਹੈ ਸਦੀਪਕ ਜੀਵਨ ਅਤੇ ਆਸ਼ੀਸ਼ ਪਾਓਗੇ। 영생과 복락을 얻게 할 것이다. ਸਾਰੇ ਲੋਕੋ ਕਿ ਇਹ ਅਸਪਸ਼ਟ ਲੱਗਦਾ ਹੈ? ਪਰਮੇਸ਼ਵਰ ਦੇ ਵਚਨ ਸੁਪਨੇ ਦੇਖਣ ਵਾਲਿਆਂ ਦੀਆਂ ਸਿਰਫ ਕੁਝ ਅਸਪਸ਼ਟ ਕਹਾਣੀਆਂ ਨਹੀਂ ਹਨ ਉਹ ਸਹੀ ਭਵਿੱਖਬਾਣੀਆਂ ਹਨ। ਮੈਨੂੰ ਆਸ ਹੈ ਕਿ ਅਸੀਂ ਆਪਣੇ ਭਵਿੱਖ ਦੇ ਲੱਛਣ ਉਸ ਸ਼ਾਨਦਾਰ ਦੁਨੀਆ ਦੀ ਦਿਸ਼ਾ ਵਿੱਚ ਵੇਖਾਂਗੇ ਅਤੇ ਭਵਿੱਖਬਾਣੀ ਦੇ ਨਾਲ ਕਦਮ ਮਿਲਾ ਕੇ ਚੱਲਾਂਗੇ। ਇਸ ਦੇ ਦੁਆਰਾ ਮੈਂ ਅੱਜ ਦੇ ਉਪਦੇਸ਼ ਨੂੰ ਖਤਮ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।